ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਮਸਤ ਫਕੀਰਾਂ ਨਾਲ ਤੇ ਇਸ ਸੰਸਾਰ ਤੋਂ ਟੁੱਟੇ ਹੋਏ ਸਾਧੂਆਂ ਨਾਲ ਬਹੁਤ ਪ੍ਰੇਮ ਰੱਖਦੇ ਸਨ। ਜਿਨ੍ਹਾਂ ਮਸਤ ਫਕੀਰਾਂ ਕੋਲ ਸੰਤ ਮਹਾਰਾਜ ਜੀ ਜਾਂਦੇ ਸਨ ਉਹ ਸਨ ਬਾਬਾ ਕਹਨਦਾਸ ਜੀ ਪਿਸ਼ੌਰ ਵਾਲੇ, ਬਾਣ ਬਟਣਾ ਲੁਧਿਆਣੇ ਵਾਲੇ, ਬਾਬਾ ਬੀਰਮਦਾਸ ਜੀ ਟਾਂਡੇ ਵਾਲੇ, ਬੂਟਾ ਸ਼ਾਹ ਜੀ ਦਿਹਾਣੇ ਵਾਲੇ, ਬਾਬਾ ਬਾਦਸ਼ਾਹ ਜੀ, ਮਸਤ ਭਾਗ ਸਿੰਘ ਜੀ, ਬਾਬਾ ਭਾਜਾ ਸਿੰਘ ਜੀ ਆਨੰਦਪੁਰ ਸਾਹਿਬ, ਬਿਣਾਂਗਾ ਵਾਲੇ ਰਾਜਾਂ ਜੀ, ਬਾਬਾ ਫੱਤੂ ਜੀ, ਬਾਬਾ ਵੇਲਾ ਜੀ, ਡੇਰਾ ਸਤਗੜ੍ਹ। ਇਸ ਤਰ੍ਹਾਂ ਦੇ ਅਨੇਕਾਂ ਸਾਧੂਆਂ ਮਸਤ ਫਕੀਰਾਂ ਕੋਲ ਸੰਤ ਬਾਬਾ ਜਵਾਲਾ ਸਿੰਘ ਜੀ ਜਾਇਆ ਕਰਦੇ ਸਨ ਤੇ ਆਪਣੀ ਸੰਗਤ ਦਾ ਅਸਰ ਵੀ ਛੱਡਿਆ ਕਰਦੇ ਸਨ। ਸੰਤ ਬਾਬਾ ਜਵਾਲਾ ਸਿੰਘ ਜੀ ਅਨੇਕ ਹੀ ਮਸਤ ਫਕੀਰਾਂ ਦੀ ਸੰਗਤ ਵੀ ਕਰਿਆ ਕਰਦੇ ਸਨ ਅਤੇ ਸੰਤ ਮਹਾਰਾਜ ਜੀ ਇਹਨਾਂ ਸਾਰਿਆਂ ਦੇ ਵਚਨਾਂ ਨੂੰ ਵੀ ਮੰਨਿਆ ਕਰਦੇ ਸਨ। 5-7 ਮਸਤਾਨੇ ਪੁਰਖ ਨਾਲ ਹੀ ਰੱਖਦੇ ਸਨ, ਪਰ ਹਰਮੋਇਆਂ ਵਾਲੇ ਮਸਤ ਹਸਨ ਮੁਹੰਮਦ ਨਾਲ ਮੇਲ ਨਹੀਂ ਕੀਤਾ, ਕਿਉਂਕਿ ਇਹ ਮਸਤ ਸਾਰਿਆਂ ਮਹਾਂਪੁਰਸ਼ਾਂ ਦੇ ਗੁਰਮਤੇ ਦੇ ਹਮੇਸ਼ਾ ਉਲਟ ਹੀ ਚੱਲਦਾ ਸੀ ਅਤੇ ਆਪਣੀ ਹਉਮੈ ਦੀ ਵਿਰਤੀ ਨੂੰ ਸੰਕੋਚ ਨਹੀਂ ਸੀ ਸਕਦਾ। ਇੱਕ ਦਿਨ ਬਾਬਾ ਵਿਸ਼ਨ ਸਿੰਘ ਜੀ ਨੰਗਲ ਵਾਲਿਆਂ ਨੇ ਸੰਤ ਮਹਾਰਾਜ ਜੀ ਨੂੰ ਪੁੱਛਿਆ ਕਿ ਮਹਾਰਾਜ ਜੀਓ, ਆਪ ਜੀ ਆਲ ਇੰਡੀਆ ਦੇ ਸਾਰੇ ਮਸਤ ਫਕੀਰਾਂ ਨਾਲ ਚੰਗੇ ਪ੍ਰੇਮ ਨਾਲ ਮਿਲਦੇ ਹੋ ਅਤੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਵੀ ਕਰਦੇ ਹੋ, ਪਰ ਹਰਮੋਇਆਂ ਵਾਲੇ ਮਸਤ ਨਾਲ ਕਿਉਂ ਨਹੀਂ ਮੇਲ ਜੋਲ ਰੱਖਦੇ? ਸੰਤ ਮਹਾਰਾਜ ਜੀ ਨੇ ਬੜੀ ਹੀ ਨਿਮਰਤਾ ਸਹਿਤ ਬਾਬਾ ਵਿਸ਼ਨ ਸਿੰਘ ਜੀ ਨੂੰ ਉੱਤਰ ਦਿੱਤਾ ਕਿ ਇਹ ਤੁਹਾਨੂੰ ਫਿਰ ਕਦੇ ਦੱਸਾਂਗੇ, ਅਜੇ ਦੱਸਣ ਦਾ ਸਮਾਂ ਨਹੀਂ ਆਇਆ। ਫਿਰ ਸੰਤ ਮਹਾਰਾਜ ਜੀ ਸਨ 1946 ਦੇ ਹੋਲੇ ਦੇ ਦਿਨਾਂ ਵਿੱਚ ਹਜੂਰ ਸਾਹਿਬ ਸੱਚਖੰਡ ਨੰਦੇੜ ਗਏ ਅਤੇ ਹੀਰਾ ਘਾਟ ਗੋਦਾਵਰੀ ਦੇ ਕੰਢੇ ਆਸਣ ਲਾ ਕੇ ਬੈਠ ਗਏ। ਨਾਲ ਸੇਵਾ ਕਰਨ ਵਾਲੇ ਥੋੜੇ ਜਿਹੇ ਸਿੰਘ ਵੀ ਸਨ। ਇੱਥੇ ਹੀਰਾ ਘਾਟ ਅਸਥਾਨ ਪਰ ਰਹਿੰਦਿਆਂ ਬਹੁਤ ਕਠਿਨ ਤਪੱਸਿਆ ਕੀਤੀ। ਪਹਿਲੇ ਹਫ਼ਤੇ 4 ਪਹਿਰ ਬੈਠੇ ਰਹਿੰਦੇ, 4 ਪਹਿਰ ਬਾਅਦ ਜਵੈਣ ਰਿੰਨ ਕੇ ਕੋਈ 1.5 ਪਾ ਪਾਣੀ ਫਿੱਕਾ ਹੀ ਪੀ ਲੈਂਦੇ। ਦੂਸਰੇ ਹਫ਼ਤੇ 8 ਪਹਿਰ ਚੌਂਕੜਾ ਮਾਰ ਕੇ ਅਤੇ ਨੇਤਰ ਮੂੰਦ ਕੇ ਹੀ ਬੈਠੇ ਰਹਿੰਦੇ। 8 ਪਹਿਰ ਉਪਰੰਤ ਜਵੈਣ ਦਾ ਪਾਣੀ ਫਿੱਕਾ ਹੀ ਪੀ ਕੇ ਤੇ 1 ਮੀਲ ਗੋਦਾਵਰੀ ਦੇ ਕੰਢੇ ਸੈਰ ਕਰਨੀ। ਤੀਸਰੇ ਹਫ਼ਤੇ ਤਾਂ ਹੱਦ ਹੀ ਮੁਕਾ ਦਿੱਤੀ ਅਤੇ ਸਮਾਧੀ ਤੇ ਹੀ ਅਸਥਿਰ ਰਹੇ ਤੇ ਚਿਹਰੇ ਦਾ ਜਲਾਲ ਚੜ੍ਹਦੇ ਸੂਰਜ ਦੀ ਨਿਆਈ ਹੋ ਗਿਆ। ਸਾਰੇ ਸਾਥੀ ਸੋਚਦੇ ਹਨ ਕਿ ਸੰਤ ਇਤਨੀ ਕਠਿਨ ਤਪੱਸਿਆ ਕਿਉਂ ਕਰ ਰਹੇ ਹਨ। ਤੀਸਰਾ ਹਫ਼ਤਾ ਪੂਰਾ ਹੋਇਆ, ਸੰਤ ਸਮਾਧੀ ਤੋਂ ਉਦਾਨ ਹੋਏ ਅਤੇ ਜਵੈਣ ਦਾ ਕੜਿਆ ਪਾਣੀ ਪੀਤਾ ਅਤੇ ਗੋਦਾਵਰੀ ਦੇ ਕੰਢੇ ਟਹਿਲਣ ਚੱਲ ਪਏ। 1 ਘੰਟੇ ਤੋਂ ਬਾਅਦ ਸੰਤ ਸਮਾਧੀ ਸਥਿਰ ਹੋ ਕੇ ਬੈਠ ਗਏ। ਹਫ਼ਤਾ ਭਰ ਹੀ ਸਮਾਧੀ ਤੇ ਬੈਠੇ ਰਹੇ। ਹਫ਼ਤੇ ਤੋਂ ਬਾਅਦ ਜਦੋਂ ਸੰਤਾਂ ਦੀ ਸਮਾਧੀ ਖੁੱਲੀ ਤਾਂ ਉਸ ਸਮੇਂ ਸੰਤਾਂ ਦੇ ਨੇਤਰਾਂ ਦਾ ਜਲਾਲ ਹੋਰ ਵੀ ਵੱਧ ਗਿਆ। ਸੰਗਤਾਂ ਬਹੁਤ ਹੈਰਾਨ ਹੋਈਆਂ ਤੇ ਸਿੰਘ ਵੀ ਸਾਰੇ ਹੈਰਾਨ ਸਨ। 5ਵੇਂ ਹਫ਼ਤੇ ਵਿੱਚ ਸਮਾਧੀ ਅਸਥਿਰ ਹੋਏ ਅਤੇ ਸਾਰੇ ਸਿੱਖਾਂ ਨੂੰ ਭਜਨ ਸਿਮਰਨ ਕਰਨ ਦਾ ਹੁਕਮ ਲਾ ਕੇ ਬੈਠ ਗਏ। ਹੁਣ ਤਾਂ ਸਿੱਖ ਸੋਚਾਂ ਵਿੱਚ ਪੈ ਗਏ ਸਨ ਕਿ ਸੰਤ ਮਹਾਰਾਜ ਜੀ ਦੀ ਸਮਾਧੀ ਹੁਣ ਹਫ਼ਤੇ ਬਾਅਦ ਵੀ ਨਹੀਂ ਖੁੱਲੀ। ਹੁਣ ਹਫ਼ਤੇ ਬਾਅਦ ਜਦੋਂ ਦੂਸਰਾ ਦਿਨ ਬੀਤਿਆ, ਤੀਸਰਾ ਦਿਨ ਹੋਇਆ ਤਾਂ ਸਾਰੇ ਸਿੱਖਾਂ ਵਿੱਚ ਉਦਾਸੀ ਫੈਲ ਗਈ। ਪਰ ਸੰਤ ਮਹਾਰਾਜ ਜੀ ਨੇ 10ਵੇਂ ਦਿਨ ਬਾਅਦ ਸਮਾਧੀ ਖੋਲ੍ਹੀ। ਸਾਰੇ ਸੇਵਕਾਂ ਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਸਮਾਧੀ ਤੋਂ ਉਦਾਨ ਹੋ ਕੇ ਸੰਤ ਮਹਾਰਾਜ ਜੀ ਬਹੁਤ ਹੀ ਪ੍ਰਸੰਨ ਸਨ। ਸਿੱਖ ਸੰਗਤਾਂ ਨਾਲ ਬੜੇ ਪ੍ਰੇਮ ਤੇ ਖੁਸ਼ ਹੋ ਕੇ ਬਚਨ ਵਿਲਾਸ ਕਰਨ ਲੱਗ ਪਏ।
ਸੇਵਾਦਾਰਾਂ ਦੇ ਚਿੱਤ ਵਿੱਚ ਇਹ ਬੜੀ ਚਿੰਤਾ ਸੀ ਕਿ ਜੇਕਰ ਸੰਤ ਮਹਾਰਾਜ ਜੀ ਹੁਣ ਸਮਾਧੀ ਸਥਿਰ ਹੋਏ ਤਾਂ ਪਤਾ ਨਹੀਂ ਕਿਤਨਾ ਕੁ ਸਮਾਂ, ਕਿਤਨੇ ਕੁ ਦਿਨ ਸਮਾਧੀ ਵਿੱਚ ਹੀ ਬੈਠੇ ਰਹਿਣ। ਸੇਵਾਦਾਰਾਂ ਨੇ ਪੁੱਛਿਆ ਕਿ ਗਰੀਬ ਨਿਵਾਜ, ਤੁਸੀਂ ਹੁਣ ਸਮਾਧੀ ਵਿੱਚ ਤਾਂ ਨਹੀਂ ਬੈਠੋਗੇ? ਤਾਂ ਸੰਤ ਮਹਾਰਾਜ ਜੀ ਨੇ ਇਸ ਗੱਲ ਦਾ ਕੋਈ ਉੱਤਰ ਨਾ ਦਿੱਤਾ। ਇਸ ਤੋਂ ਉਪਰੰਤ ਤੀਸਰੇ ਦਿਨ ਹਜੂਰ ਨੇ ਬਾਬਾ ਵਿਸ਼ਨ ਸਿੰਘ ਜੀ ਨੂੰ ਚਿੱਠੀ ਪਾਈ ਕਿ ਬਾਬਾ ਜੀ ਜਾਓ ਪਿੰਡ ਹਰਮੋਇਆ ਤੇ ਪਤਾ ਕਰੋ ਕਿ ਮਸਤਾਂ ਦਾ ਕੀ ਹਾਲ ਹੈ। ਇੱਧਰੋਂ ਜਦੋਂ ਸੰਤਾਂ ਦੀ ਪੱਤਰਿਕਾ ਛੋਟੇ ਨੰਗਲ ਪੁੱਜੀ ਤਾਂ ਉਸੇ ਸਮੇਂ ਸੰਤ ਬਾਬਾ ਵਿਸ਼ਨ ਸਿੰਘ ਜੀ ਹਰਮੋਇਆ ਪੁੱਜੇ। ਹਰਮੋਈ ਕੀ ਤੱਕਿਆ ਕਿ ਮਸਤਾਂ ਦੀ ਜਗ੍ਹਾ ਪਰ ਮੁਜਰੇ ਹੋ ਰਹੇ ਹਨ, ਕਵਾਲੀਆਂ ਹੋ ਰਹੀਆਂ ਹਨ, ਬੇਅੰਤ ਦੁਨੀਆ ਦਾ ਇਕੱਠ ਹੈ। ਸੰਤ ਵਿਸ਼ਨ ਸਿੰਘ ਜੀ ਨੇ ਮਸਤਾਂ ਦੇ ਗੂੜੇ ਸੇਵਕ ਸ਼ਰਧਾਲੂਆਂ ਨੂੰ ਪੁੱਛਿਆ ਕਿ ਮਸਤਾਂ ਨੂੰ ਕੀ ਹੋਇਆ ਸੀ। ਉਸ ਮਸਤਾਂ ਦੇ ਸ਼ਰਧਾਲੂਆਂ ਨੇ ਕਿਹਾ ਕਿ ਮੈਂ ਹਰ ਟਾਈਮ ਮਸਤਾਂ ਦੀ ਹਜ਼ੂਰੀ ਵਿੱਚ ਹੀ ਰਹਿੰਦਾ ਸੀ, ਉਹਨਾਂ ਦੀ ਸੇਵਾ ਕਰਦਾ ਸੀ। ਮਸਤਾਂ ਨੂੰ ਕੋਈ ਬੁਖਾਰ ਨਹੀਂ ਆਇਆ, ਕੋਈ ਆਦਿ ਉਪਾਧੀ ਨਹੀਂ ਹੋਈ। ਹਾਂ, ਮਰਨ ਤੋਂ 3 ਦਿਨ ਪਹਿਲਾਂ ਬਹੁਤ ਦੁਹਾਈ ਪਾਉਂਦੇ ਰਹੇ ਅਤੇ ਨੱਠ ਕੇ ਡੇਰੇ ਸਤਗੜ੍ਹ ਵੱਲ ਨੂੰ ਜਾਂਦੇ ਰਹੇ। ਦੂਰ ਤੱਕ ਜਾਵਣ, ਫਿਰ ਵਾਪਸ ਮੁੜ ਆਵਣ, ਦੁਹਾਈ ਦੇਣ, ਬਸ ਇਹੀ ਸ਼ਬਦ ਬੋਲਦੇ ਰਹੇ, ਹੇ ਸੰਤ ਮਹਾਰਾਜ, ਬਾਬਾ ਜਵਾਲਾ ਸਿੰਘ ਜੀ ਰੱਖ ਲਵੋ, ਮੈਂ ਭੁੱਲ ਗਿਆ ਹਾਂ, ਫਿਰ ਐਸੀ ਗਲਤੀ ਕਦੀ ਨਹੀਂ ਹੋਵੇਗੀ। ਬਸ 3 ਦਿਨ ਇਹੀ ਦੁਹਾਈ ਦਿੰਦੇ ਰਹੇ ਅਤੇ ਅੰਤ ਖਤਮ ਹੋ ਗਏ। ਬਾਬਾ ਵਿਸ਼ਨ ਸਿੰਘ ਜੀ ਇਹ ਸੁਣ ਕੇ ਬੜੇ ਹੀ ਹੈਰਾਨ ਹੋਏ ਅਤੇ ਚਿੱਠੀ ਰਾਹੀਂ ਸਾਰੀ ਗੱਲ ਸੰਤਾਂ ਨੂੰ ਲਿਖੀ ਤੇ ਦੱਸਿਆ ਕਿ ਮਸਤਾਨੇ ਦੀ ਇਹ ਹਾਲਤ ਹੋਈ ਤੇ ਉਹ ਮਰ ਗਿਆ। ਪਰ ਆਪ ਜੀ ਕਿਰਪਾ ਕਰਕੇ ਦੱਸੋ ਕਿ ਇਹ ਕੀ ਕਾਰਨ ਹੋਇਆ ਹੈ। ਸੰਤਾਂ ਨੇ ਉੱਤਰ ਦਿੱਤਾ ਕਿ ਦੇਸ਼ ਆ ਕੇ ਸਾਰੀ ਗੱਲ ਦੱਸਾਂਗੇ। ਇਹ ਗੱਲਬਾਤ ਚਿੱਠੀਆਂ ਰਾਹੀਂ ਦੱਸਣ ਵਾਲੀ ਨਹੀਂ ਹੈ। ਹੁਣ ਸੰਤ ਮਹਾਰਾਜ 2.5 ਮਹੀਨੇ ਤੋਂ ਬਾਅਦ ਡੇਰੇ ਆਏ। ਸੰਤ ਵਿਸ਼ਨ ਸਿੰਘ ਜੀ ਨੂੰ ਪਤਾ ਲੱਗਾ ਕਿ ਸੰਤ ਡੇਰੇ ਆ ਗਏ ਹਨ ਤਾਂ ਇੱਕਦਮ ਉਹ ਡੇਰੇ ਸੰਤ ਮਹਾਰਾਜ ਜੀ ਪਾਸ ਆਏ ਅਤੇ ਬੜੀ ਹੀ ਪਿਆਰ ਭਰੀ ਗੱਲਬਾਤ ਚਲਾਈ। ਸੰਤ ਬਾਬਾ ਵਿਸ਼ਨ ਸਿੰਘ ਜੀ ਨੇ ਸੰਤਾਂ ਨੂੰ ਮਸਤਾਂ ਬਾਰੇ ਪੁੱਛਿਆ ਕਿ ਮਹਾਰਾਜ ਜੀਓ, ਪਿੰਡ ਹਰਮੋਇਆ ਵਾਲੇ ਮਸਤਾਂ ਦਾ ਕੀ ਕਾਰਨ ਹੋਇਆ ਹੈ। ਸੰਤ ਮਹਾਰਾਜ ਜੀ ਨੇ ਦੱਸਿਆ, ਸੰਤ ਵਿਸ਼ਨ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋ ਅਭੇਦ ਹੋ ਜਾਂਦੇ ਹਨ, ਭਾਵ ਇੱਕਮਿਕ ਹੋ ਜਾਂਦੇ ਹਨ, ਉਹ ਮਹਾਪੁਰਸ਼ ਸਰਵੱਗ ਅਤੇ ਗਿਆਨ ਵਿਗਿਆਨ ਤੋਂ ਜਾਣੂ ਆਪਣੀ ਅਗੰਮੀ ਕੌਸ਼ਲ ਕਰਦੇ ਹਨ ਤੇ ਕਦੇ ਸੂਖਮ ਸਰੀਰਾਂ ਨਾਲੋਂ ਅਤੇ ਅੰਤਰਮੁਖ ਵਿਅਕਤੀ ਨਾਲ ਤੇ ਦਿਵਯ ਦ੍ਰਿਸ਼ਟੀ ਨਾਲ ਉਹ ਅਗੰਮੀ ਇਕੱਠ ਵਿੱਚ ਜਾਤ ਪਾਤ ਦਾ ਭਿੰਨ ਭੇਦ ਨਹੀਂ ਕਰਦੇ। ਭਾਵ ਕਿ ਜਿਸ ਸਮੇਂ ਕੋਈ ਜੀਵ ਜਾਂ ਕੋਈ ਮਹਾਪੁਰਸ਼ ਆਪਣੀ ਭਗਤੀ ਵਿੱਚ ਭਰਪੂਰ ਹੋ ਜਾਂਦਾ ਹੈ ਤਾਂ ਜੋ ਗੁਰੂ ਮਹਾਰਾਜ ਅਕਾਲ ਪੁਰਖ ਦੀ ਦਰਗਾਹ ਵਿੱਚ ਬੈਠਕਾਂ ਵਿਚਾਰਾਂ ਹੁੰਦੀਆਂ ਹਨ, ਉਹ ਸਾਰੇ ਹੀ ਬਿਨਾਂ ਭੇਦ ਭਾਵ ਦੇ, ਬਿਨਾਂ ਜਾਤ ਪਾਤ ਦੇ ਸੰਸਾਰ ਵਿੱਚ ਹੋ ਰਹੇ ਅਤਿਆਚਾਰ ਦੁੱਖ ਨੂੰ ਦੂਰ ਕਰਨ ਲਈ ਆਪਣੀਆਂ ਅਗੰਮੀ ਬੈਠਕਾਂ ਕਰਦੇ ਹਨ। ਉਸ ਮੰਜ਼ਿਲ ਦੇ ਮਹਾਪੁਰਸ਼ ਹੀ ਉਸ ਇਕੱਠ ਵਿੱਚ ਸ਼ਾਮਲ ਹੁੰਦੇ ਹਨ। ਜਿਨ੍ਹਾਂ ਮਹਾਪੁਰਸ਼ਾਂ ਦੀ ਆਤਮਿਕ ਬਿਰਤੀ ਉੱਥੇ ਤੱਕ ਪਹੁੰਚ ਗਈ ਹੁੰਦੀ ਹੈ, ਉਹੀ ਉਸ ਅਗੰਮੀ ਬੈਠਕਾਂ ਵਿੱਚ ਸ਼ਾਮਲ ਹੋ ਕੇ ਆਪਸ ਵਿੱਚ ਗੱਲਬਾਤ ਕਰਕੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਦਾ ਹੱਲ ਲੱਭਦੇ ਹਨ। ਸੰਤ ਮਹਾਪੁਰਸ਼ ਕਹਿਣ ਲੱਗੇ ਕਿ ਅਸੀਂ ਤੁਹਾਡੇ ਕੋਲ ਇਹ ਗੁਪਤ ਗੱਲ ਪ੍ਰਗਟ ਕਰਦੇ ਹਾਂ ਕਿਉਂਕਿ ਤੁਸੀਂ ਵੀ ਸੰਤ ਮਹਾਪੁਰਸ਼ ਹੋ। ਇਸ ਗੱਲ ਨੂੰ ਕਦੇ ਕਿਸੇ ਪਾਸ ਨਾ ਕਹਿਣਾ, ਆਪਣੇ ਪਾਸ ਹੀ ਰੱਖਣਾ। ਅਕਾਲ ਪੁਰਖ ਦੇ ਪਿਆਰਿਆਂ, ਜਿਨ੍ਹਾਂ ਦੀ ਅਕਾਲ ਪੁਰਖ ਨਾਲ ਅਪਾਰ ਅਭੇਦਤਾ ਹੈ, ਜਿਨ੍ਹਾਂ ਦੀ ਭਗਵਾਨ ਦੀ ਦਰਗਾਹ ਵਿੱਚ ਚਲਦੀ ਹੈ, ਉਹਨਾਂ ਗੁਰਮੁਖਾਂ ਦੇ ਗੁਪਤ ਤੌਰ ਤੇ ਰੂਹਾਨੀਅਤ ਦੇ ਮੰਡਲਾਂ ਵਿੱਚ ਇਸ ਸੰਸਾਰ ਦੇ ਮਸਲੇ ਪੇਸ਼ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਮਸਲਾ ਸੀ
ਦੇਸ਼ ਦੀ ਵੰਡ ਦਾ, ਕਿਉਂਕਿ ਭਾਰਤ ਦੇ 2 ਹਿੱਸੇ ਹੋ ਜਾਣੇ ਲਾਜ਼ਮੀ ਹੋ ਗਏ ਸਨ, ਇੱਕ ਮੁਸਲਮਾਨੀ ਹਿੱਸਾ ਤੇ ਇੱਕ ਹਿੰਦੂਆਂ ਦਾ ਹਿੱਸਾ। ਮੁਸਲਮਾਨੀ ਹਿੱਸੇ ਦਾ ਮੁਖੀ ਲੀਡਰ ਜਨਾਹ ਬਣ ਗਿਆ। ਹਿੰਦੂ ਹਿੱਸੇ ਦਾ ਲੀਡਰ ਮਹਾਤਮਾ ਗਾਂਧੀ। ਭਾਵੇਂ ਮਿਸਟਰ ਜਨਾਹ ਤੇ ਗਾਂਧੀ ਜੀ ਇੱਕ ਖਿਆਲ ਦੇ ਉੱਚ ਵਿਦਵਾਨ ਤੇ ਸਿਆਸਤਦਾਨ ਸਨ, ਪਰ ਗਾਂਧੀ ਜੀ ਤੇ ਇਹਨਾਂ ਦੇ ਸਹਾਇਕ ਸਾਥੀ ਮੋਤੀ ਲਾਲ ਨਹਿਰੂ ਸਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੀਡਰ ਸਨ। ਸਾਰੇ ਹਿੰਦੂ ਲੀਡਰਾਂ ਦੀ ਹਿੰਦੂ ਪੱਖੀ ਦ੍ਰਿੜਤਾ ਨੂੰ ਜਾਣ ਕੇ ਮਿਸਟਰ ਜਨਾਹ ਆਦਿਕ ਸਭ ਮੁਸਲਿਮ ਲੀਗ ਦੇ ਲੀਡਰਾਂ ਨੇ ਇੱਕ ਪੱਕੀ ਮਨ ਵਿੱਚ ਵਿਚਾਰ ਕਰ ਲਈ ਕਿ ਇਹਨਾਂ ਹਿੰਦੂ ਲੀਡਰਾਂ ਦੇ ਕੱਟੜ ਵਿਚਾਰਾਂ ਅਧੀਨ ਕੋਈ ਬਾਕੀ ਸਭ ਆਮ ਜਨਤਾ ਸਾਡੇ ਮੁਸਲਮਾਨੀ ਮਤ ਨੂੰ ਚੰਗਾ ਨਹੀਂ ਸਮਝਦੀ, ਸੋ ਸਾਡਾ ਮੁਸਲਮਾਨੀ ਮਤ ਦੇ ਲੋਕਾਂ ਦਾ ਹਿੱਤਾ ਵੀ ਅਲੱਗ ਹੋਣਾ ਚਾਹੀਦਾ ਹੈ। ਮੁਸਲਿਮ ਧਰਮ ਦੇ ਮਿਸਟਰ ਜਨਾਹ ਵੀ ਆਪਣੇ ਧਰਮ ਵਿੱਚ ਪੂਰੀ ਤਰ੍ਹਾਂ ਕੱਟੜ ਸਨ ਅਤੇ ਉਹ ਆਪਣੇ ਮਜ਼ਹਬ ਦੇ ਨਾਮ ਪਰ ਸਾਰੇ ਇਕੱਠੇ ਹੋ ਕੇ ਮੁਸਲਮਾਨੀ ਖਿੱਤੇ ਨੂੰ ਅਲੱਹਦਾ ਕਰਕੇ ਵੱਖਰਾ ਦੇਸ਼ ਬਣਾਉਣ ਦਾ ਪੱਕਾ ਮਨ ਬਣਾ ਲਿਆ ਸੀ। ਦੇਸ਼ ਦੀ ਇਹ ਹਾਲਤ ਤੱਕ ਕੇ ਅਗੰਮੀ ਕੌਸ਼ਲ ਵਿੱਚ ਵਿਚਾਰ ਹੋਈ ਕਿ ਭਾਰਤ ਦੇਸ਼ ਦੀ ਜੇਕਰ ਵੰਡ ਹੋਈ ਤਾਂ ਇਸ ਦੀ ਹੱਦ ਕਿਹੜੀ ਹੋਣੀ ਚਾਹੀਦੀ ਹੈ। ਆਪਣੇ ਵਿਚਾਰ ਦੇਣ ਤੋਂ ਪਹਿਲਾਂ ਬਾਕੀ ਮਹਾਂਪੁਰਸ਼ਾਂ ਨੇ ਇਹ ਮਸਤ ਜੀ ਹਰਮੋਇਆਂ ਵਾਲਿਆਂ ਨੂੰ ਪੁੱਛਿਆ ਕਿ ਆਪ ਜੀ ਦੀ ਕੀ ਰਾਏ ਹੈ, ਤਾਂ ਇਹ ਆਪਣੀ ਸੋਚ ਮੁਤਾਬਿਕ ਬੋਲਿਆ ਕਿ ਜਮਨਾ ਦਰਿਆ ਦੀ ਹੱਦ ਲਾਜ਼ਮੀ ਹੋਣੀ ਚਾਹੀਦੀ ਹੈ, ਕਿਉਂਕਿ ਮੁਸਲਮਾਨ ਭਾਰਤ ਵਿੱਚ ਦੂਜੇ ਨੰਬਰ ਤੇ ਦੂਜੀ ਗਿਣਤੀ ਵਿੱਚ ਹਨ। ਫਿਰ ਸਾਡੀ ਰਾਏ ਲਈ ਗਈ ਤਾਂ ਅਸੀਂ ਬੜੇ ਪਿਆਰ ਵਿੱਚ ਮਿੱਠੇ ਵਚਨਾਂ ਨਾਲ ਕਿਹਾ, ਭਾਵੇਂ ਦੇਸ਼ ਵਿੱਚ 2 ਹੀ ਵੱਡੀਆਂ ਕੌਮਾਂ ਹਨ, ਹਿੰਦੂ ਤੇ ਮੁਸਲਮਾਨ। ਹਿੰਦੂ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਵਿੱਚ ਰਾਜ ਕਰਦੇ ਆ ਰਹੇ ਹਨ। ਇਹਨਾਂ ਦਾ ਰਾਜ ਕੰਨਿਆ ਕੁਮਾਰੀ ਤੋਂ ਲੈ ਕੇ ਗਜਨੀ ਕੰਧਾਰ ਤੱਕ ਰਿਹਾ ਹੈ ਅਤੇ ਮੁਸਲਮਾਨਾਂ ਦਾ ਵੀ ਸਾਰੇ ਭਾਰਤ ਉੱਪਰ ਭਾਰਤ ਦੇ ਉਪਦੀਪਾਂ ਤੇ ਰਾਜ ਭਾਗ ਰਿਹਾ ਹੈ। ਪਰ ਇਹਨਾਂ ਦੇ ਰਾਜ ਮੱਧ ਵਿੱਚ ਆ ਕੇ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਬਹੁਤ ਨੁਕਸਾਨ ਹੋਇਆ ਸੀ। ਉਹਨਾਂ ਨੇ ਹਿੰਦੂ ਬਹੂ ਬੇਟੀਆਂ ਦੀ ਬਹੁਤ ਬੇਇੱਜ਼ਤੀ ਕੀਤੀ ਤੇ ਆਮ ਹਿੰਦੂ ਜਨਤਾ ਉੱਪਰ ਕਈ ਤਰ੍ਹਾਂ ਦੇ ਮਾਲੀਆ ਟੈਕਸ ਆਦਿ ਲਾ ਕੇ ਇੱਥੋਂ ਤੱਕ ਤੰਗ ਕੀਤਾ ਕਿ ਹਿੰਦੂ ਸਿਰ ਦੇ ਉੱਪਰ ਨਾ ਕੋਈ ਕੱਪੜਾ ਨਾ ਹੀ ਪੈਰੀ ਜੁੱਤੀ ਪਹਿਨ ਸਕਦੇ ਸਨ। ਆਮ ਜਨਤਾ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਆਪਣੀ ਜੋਤ ਵਿੱਚੋਂ 10 ਸਰੂਪ ਪ੍ਰਗਟ ਕਰਕੇ ਤੇ ਹੋਰ ਅਨੇਕਾਂ ਕੌਤਕਾਂ ਨਾਲ ਜਨਤਾ ਦੇ ਦੁੱਖਾਂ ਨੂੰ ਦੂਰ ਕੀਤਾ ਤੇ ਹਰੇਕ ਇਨਸਾਨ ਨੂੰ ਆਪੋ ਆਪਣੇ ਧਰਮ ਦਾ ਸੱਚਾ ਅਨੁਯਾਈ ਬਣਾ ਕੇ ਇਨਸਾਨੀਅਤ ਦਾ ਰੂਹਾਨੀ ਉਪਦੇਸ਼ ਦਿੱਤਾ। ਮਹਾਰਾਜ ਜੀ ਦੇ ਅਨੇਕਾਂ ਅਸਥਾਨ ਹੁਣ ਤੱਕ ਮੌਜੂਦ ਹਨ, ਪਰ ਜੇਕਰ ਹੁਣ ਦੇਸ਼ ਦੇ 2 ਹਿੱਸੇ ਕਰਕੇ 2 ਕੌਮਾਂ ਨੂੰ ਹੀ ਦੇਣਾ ਚਾਹੁੰਦੇ ਹੋ ਤਾਂ ਤੀਸਰੀ ਸਿੱਖ ਕੌਮ ਦਾ ਕੀ ਬਣੇਗਾ। ਤਾਂ ਮਸਤ ਹਸਨ ਮੁਹੰਮਦ ਸਾਹਿਬ ਨੇ ਦੁਬਾਰਾ ਜ਼ੋਰ ਦੇ ਕੇ ਸਾਰੇ ਮੁਸਲਮਾਨਾਂ ਵਾਸਤੇ ਮੰਗ ਕਰ ਲਈ ਕਿ ਦਰਿਆਏ ਜਮਨਾ ਤੱਕ ਪਾਕਿਸਤਾਨ ਦੀ ਹੱਦ ਜ਼ਰੂਰ ਹੋਵੇਗੀ। ਜਮਨਾ ਤੋਂ ਦੂਸਰੀ ਤਰਫ ਸਾਰੇ ਹਿੰਦੂਆਂ ਦੀ ਹੱਦ ਹਿੰਦੁਸਤਾਨ ਹੋਵੇਗੀ। ਫਿਰ ਬਾਬਾ ਵਿਸ਼ਨ ਸਿੰਘ ਜੀ ਨਿਹੰਗ ਸਿੰਘ, ਜੋ ਕਿ ਰੱਬੀ ਕੌਸ਼ਲ ਦੇ ਮੈਂਬਰ ਹਨ, ਬੋਲੇ ਕਿ ਤੀਸਰੀ ਕੌਮ ਮਜ਼ਹਬ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਭਾਵ ਕਿ ਖਾਲਸੇ ਨੂੰ ਕਿਹੜੀ ਧਰਤੀ ਦੇਵੋਗੇ? ਕਿ ਇਹਨਾਂ ਸੂਰਵੀਰਾਂ ਤੇ ਸ਼ਹੀਦਾਂ ਦੀ ਕੌਮ ਨੂੰ ਵੀ ਰਹਿਣ ਵਾਸਤੇ ਕੋਈ ਧਰਤੀ ਦੇਵੋਗੇ ਕਿ ਨਹੀਂ, ਜਿਸ ਧਰਤੀ ਪਰ ਇਸ ਕੌਮ ਦਾ ਮੱਕਾ ਪਵ ਨਨਕਾਣਾ ਸਾਹਿਬ ਤੇ ਮਦੀਨਾ ਕਰਤਾਰਪੁਰ ਸਾਹਿਬ ਹੈ ਤੇ ਹੋਰ ਅਨੇਕਾਂ ਪਵਿੱਤਰ ਸਥਾਨ ਜਿਵੇਂ ਕਿ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਖਤ ਕੇਸਗੜ੍ਹ ਸਾਹਿਬ ਅਤੇ ਸੁਲਤਾਨਪੁਰ ਤੇ ਮੁਕਤਸਰ ਸਾਹਿਬ ਆਦਿਕ ਸਾਰਿਆਂ ਤੋਂ ਇਸ ਕੌਮ ਨੂੰ ਵਾਂਝੇ ਰੱਖਿਆ ਜਾਵੇਗਾ।
ਇਹ ਕਦੇ ਨਹੀਂ ਹੋ ਸਕੇਗਾ। ਜਦੋਂ ਨਿਹੰਗ ਸਿੰਘ ਬਾਬਾ ਬਿਸ਼ਨ ਸਿੰਘ ਜੀ ਨੇ ਉਹਨਾਂ ਰੱਬੀ ਮਹਾਂਪੁਰਸ਼ਾਂ ਸਾਹਮਣੇ ਇਹ ਪੱਖ ਰੱਖਿਆ ਤਾਂ ਬਾਬਾ ਬੀਰਮ ਦਾਸ ਜੀ ਤੋਂ ਛੁੱਟ ਸਾਰੇ ਮਹਾਂਪੁਰਸ਼ ਸਾਡੀ ਰਾਏ ਨਾਲ ਜੁੜ ਗਏ ਤੇ ਪੱਕਾ ਫੈਸਲਾ ਕਰ ਲਿਆ ਕਿ ਗੁਰੂ ਸਥਾਨਾਂ ਵਾਸਤੇ ਡਟ ਕੇ ਪਹਿਰਾ ਦੇਵਾਂਗੇ। ਇਹ ਦੋ ਪੱਖੀ ਰਾਏ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਪੇਸ਼ ਹੋ ਗਈ। ਸਰਵ ਸ਼ਕਤੀਮਾਨ ਅਕਾਲ ਪੁਰਖ ਜੀ ਨੇ ਉੱਤਰ ਦਿੱਤਾ ਕਿ ਜਿਸ ਦੀ ਤਪੱਸਿਆ ਜੋਹਦ ਦਾ ਬਲ ਜ਼ਿਆਦਾ ਹੋਵੇਗਾ ਉਸ ਦੀ ਗੱਲ ਮੰਨੀ ਜਾਵੇਗੀ। ਇੱਕ ਪਾਸੇ ਦੇ ਪੱਖ ਦਾ ਮੁਖੀ ਬਾਬਾ ਬੀਰਮ ਦਾਸ ਜੀ ਨੂੰ ਥਾਪਿਆ ਗਿਆ ਅਤੇ ਦੂਸਰੇ ਪੱਖ ਦੇ ਮੁਖੀ ਦਾ ਪਹਿਲਾਂ ਹੀ ਮਸਤ ਹੁਸਨ ਮੁਹੰਮਦ ਸਾਹਿਬ ਸੀ। ਜਦੋਂ ਤਪੱਸਿਆ ਜਾਇਜ਼ਾ ਲਿਆ ਗਿਆ ਤਾਂ ਹੁਸਨ ਮੁਹੰਮਦ ਸਾਹਿਬ ਜੀ ਦੀ ਤਪੱਸਿਆ ਦਾ ਪ੍ਰਤਾਪ ਜ਼ਿਆਦਾ ਤੇਜ਼ ਨਿਕਲਿਆ। 3 ਵਾਰੀ ਇਸ ਬਾਰੇ ਰੱਬੀ ਮੀਟਿੰਗਾਂ ਹੋਈਆਂ, ਪਰ ਹਸਨ ਮੁਹੰਮਦ ਸਾਹਿਬ ਆਪਣੀ ਤਪੱਸਿਆ ਦੀ ਤਾਕਤ ਨਾਲ ਆਪਣਾ ਪੱਲੜਾ ਭਾਰੀ ਕਰ ਦਿੰਦਾ ਅਤੇ ਠੀਕ ਫੈਸਲਾ ਨਹੀਂ ਹੋਣ ਦਿੰਦਾ। ਇਸ ਦਾ ਹੱਠ ਦੇ ਕੇ ਬਾਬਾ ਬੀਰਮ ਦਾਸ ਜੀ ਤੋਂ ਛੁੱਟ ਸਾਰੇ ਰੱਬੀ ਮਹਾਂਪੁਰਖਾਂ ਨੇ ਸਾਡੀ ਸੇਵਾ ਲਾਈ ਕਿ ਇਸ ਤਪੱਸਿਆ ਦੀ ਤਾਕਤ ਨੂੰ ਹੁਣ ਤੁਸੀਂ ਹੀ ਵਧਾ ਸਕਦੇ ਹੋ। ਫਿਰ ਅਸਾਂ ਨੇ ਸਾਰੇ ਮਹਾਂਪੁਰਸ਼ਾਂ ਦੇ ਹੁਕਮ ਨੂੰ ਮੰਨ ਲਿਆ। ਫਿਰ ਅੰਤਰ ਧਿਆਨ ਹੋ ਕੇ ਤੱਕਿਆ ਕਿ ਭਾਰਤ ਵਿੱਚ ਕਿਹੜੀ ਪਵਿੱਤਰ ਧਰਤੀ ਹੈ ਜਿੱਥੇ ਸਾਰੇ ਮੁਲਕ ਦੇ ਭਲੇ ਲਈ ਕਠਨ ਤਪੱਸਿਆ ਕੀਤੀ ਜਾਵੇ। ਸਾਨੂੰ ਸਾਰੀਆਂ ਧਰਤੀਆਂ ਵਿੱਚੋਂ ਸੱਚਖੰਡ ਹਜੂਰ ਸਾਹਿਬ ਜੀ ਦੀ ਧਰਤੀ, ਜਿੱਥੇ ਕਿ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਜੀ ਦੀ ਅੰਤਮ ਗਾਹ ਹੈ, ਇਹ ਧਰਤੀ ਪਵਿੱਤਰ ਹੈ। ਇਸ ਧਰਤੀ ਨੂੰ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਓਟ ਹੈ। ਅਖੀਰ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਦੀ ਓਟ ਲੈ ਕੇ ਅਰਦਾਸ ਕੀਤੀ ਕਿ ਹਜੂਰ ਜੀ, ਆਪ ਜੀ ਨੇ ਦੁਨੀਆ ਦੇ ਭਲੇ ਲਈ ਤਪੱਸਿਆ ਕੀਤੀ, ਹੁਣ ਸਾਨੂੰ ਵੀ ਹੁਕਮ ਲੱਗਾ ਹੈ ਕਿ ਦੁਨੀਆ ਦੇ ਭਲੇ ਲਈ ਤਪੱਸਿਆ ਕਰੋ। ਦਾਸ ਆਪ ਜੀ ਦੀ ਓਟ ਲੈ ਕੇ ਤਪੱਸਿਆ ਕਰਨ ਲੱਗਾ ਹੈ। ਆਪ ਜੀ ਨੇ ਅੰਗ ਸੰਗ ਸਹਾਇਤਾ ਕਰਨੀ। ਫਿਰ ਗੁਰੂ ਜੀ ਦੇ ਹੁਕਮ ਅਨੁਸਾਰ ਅਸੀਂ ਹੀਰਾ ਕਾਟ ਕਠਿਨ ਜੋਹਦ ਆਰੰਭ ਕਰ ਦਿੱਤਾ। 30 ਦਿਨ ਤਪੱਸਿਆ ਕਰਨ ਤੱਕ ਮਸਤਾਨੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਖਬਰ ਨਹੀਂ ਹੋਈ। 33ਵੇਂ ਦਿਨ ਮਸਤਾਨੇ ਨੂੰ ਕੁਝ ਪਤਾ ਲੱਗਾ। 35ਵੇਂ ਦਿਨ ਤਾਂ ਸਾਡੀ ਤਪੱਸਿਆ ਦਾ ਜ਼ੋਰ ਇਸ ਪਰ ਚੜ ਗਿਆ। ਫਿਰ ਤਾਂ ਮਸਤਾਨਾ ਲੱਗਾ ਮਿੰਨਤਾਂ ਕਰਨ। 38ਵੇਂ ਦਿਨ ਅੰਤਰ ਆਤਮੇ ਸਾਡੇ ਕੋਲ ਚੱਲ ਕੇ ਆਇਆ ਅਤੇ ਲੱਗਾ ਜੋਦੜੀਆਂ ਕਰਨ। ਅਸੀਂ ਫਿਰ ਇਸ ਨੂੰ ਉੱਤਰ ਦਿੱਤਾ, ਜੋ ਸਾਰੇ ਮਹਾਂਪੁਰਸ਼ਾਂ ਦੀ ਕੌਸ਼ਲ ਹੈ, ਉਹ ਜੋ ਫੈਸਲਾ ਕਰਨਗੇ ਦਾਸ ਨੂੰ ਮਨਜ਼ੂਰ ਹੈ। ਇਹ ਸਾਰੇ ਰੱਬੀ ਮਹਾਂਪੁਰਸ਼ ਇਸ ਮਸਤਾਨੇ ਤੋਂ ਉਲਟ ਮਤਾ ਪਾ ਚੁੱਕੇ ਸਨ। ਇਸ ਵਾਸਤੇ ਹੋਰ ਕੁਝ ਨਹੀਂ ਸੀ ਹੋ ਸਕਦਾ। ਜਦੋਂ ਮੈਂ ਇਹ ਤੀਸਰਾ ਪੱਖ ਰੱਬੀ ਕੌਸ਼ਲ ਦੇ ਪੇਸ਼ ਕੀਤਾ ਸੀ ਤਾਂ ਇਹ ਮਸਤ ਬਹੁਤ ਮਤਸਬੀ ਖਿਆਲਾਂ ਨਾਲ ਸਾਡੇ ਨਾਲ ਵਰਤਿਆ, ਬਲਕਿ ਆਪਣੀ ਕਲਾ ਸ਼ਕਤੀ ਨਾਲ 3 ਵਾਰੀ ਡੇਰੇ ਸਤਗੜ੍ਹ ਵਿੱਚ ਅੱਗ ਵੀ ਲਗਾਈ। ਸਤਿਗੁਰੂ ਜੀ ਨੇ ਆਪਣੀ ਕਿਰਪਾ ਨਾਲ ਕੋਈ ਵੀ ਨੁਕਸਾਨ ਹੋਣ ਨਾ ਦਿੱਤਾ। ਇਹ ਮਸਤ ਕੱਟੜ ਮੁਸਲਮਾਨੀ ਖਿਆਲਾਂ ਦਾ ਸੀ। ਪੂਰਨ ਬ੍ਰਹਮ ਗਿਆਨੀ ਦ੍ਰਿਸ਼ਟੀ ਦੇ ਪਰਪੱਖ ਨਿਸ਼ਚੇ ਵਾਲਾ ਨਹੀਂ ਸੀ। ਇਸ ਵਾਸਤੇ ਅਸੀਂ ਇਸ ਦੀ ਸੰਗਤ ਨਹੀਂ ਕਰਦੇ ਸੀ। ਸਾਡੀ ਸੰਗਤ ਪੂਰਨ ਸਮਦ੍ਰਿਸ਼ਟੀ ਵਾਲਿਆਂ ਨਾਲ ਹੀ ਸੀ। ਫਿਰ ਰੱਬੀ ਕੌਸ਼ਲ ਦੇ ਮਹਾਂਪੁਰਖਾਂ ਨੇ ਪਾਕਿਸਤਾਨ ਦੀ ਹੱਦ ਰਾਵੀ ਰੱਖ ਦਿੱਤੀ ਸੀ, ਪਰ ਉਹਨਾਂ ਮਹਾਂਪੁਰਖਾਂ ਦਾ ਅਕਾਲ ਪੁਰਖੀ ਕੌਸ਼ਲ ਵਿੱਚ ਪੂਰਾ ਭਰੋਸਾ ਸੀ। ਪਰ ਇੱਕ ਵਾਰੀ ਸਵਾਲ ਉੱਠਿਆ ਸੀ ਕਿ ਨਨਕਾਣਾ ਸਾਹਿਬ ਪੂਰਬੀ ਪੰਜਾਬ ਵਿੱਚ ਆਉਣਾ ਚਾਹੀਦਾ ਹੈ, ਜੋ ਇਸ ਵਾਸਤੇ ਨਹੀਂ ਦਿੱਤਾ ਗਿਆ ਕਿ ਉਸੀ ਮਸਤਾਨੇ ਵਾਲਾ ਮੁਤਸਵੀ ਤਕਮਾ ਕਿਸੇ ਹੋਰ ਨੂੰ ਨਾ ਮਿਲ ਜਾਵੇ। ਇਸ ਵਾਸਤੇ ਸਰਬਸੰਮਤੀ ਨਾਲ ਰੱਬੀ ਕੌਸ਼ਲ ਵਿੱਚ ਰਾਵੀ ਹੱਦ ਰੱਖੀ ਗਈ। ਇਸ ਤਰ੍ਹਾਂ ਹਰਮੋਇਆਂ ਵਾਲੇ ਮਸਤ ਦਾ ਭਲਾ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।